ਤਾਂ ਦੋਸਤੋ ਇੱਕ ਨਵੀਂ ਡਿਵੈਲਪਮੈਂਟ ਹੋਈ ਇੰਟਰਨੈਸ਼ਨਲ ਫੋਰਮ ਦੇ ਉੱਤੇ ICJ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਉਹਦਾ ਫੈਸਲਾ ਆ ਗਿਆ ਔਰ ਫੈਸਲੇ ਦੇ ਵਿੱਚ ਉਹਨੇ ਕਿਹਾ ਹੈ ਇਸਰਾਈਲ ਨੂੰ ਕਿ ਫੌਰੀ ਤੌਰ ਤੇ ਜਿਹੜਾ ਰਫਾ ਦੇ ਵਿੱਚ ਤੇ ਗਜ਼ਾ ਦੇ ਵਿੱਚ ਆਪਰੇਸ਼ਨ ਤੂੰ ਕਰ ਰਿਹਾ ਹੈ ਇਹਨੂੰ ਬੰਦ ਕਰ ਦੇ। ਉਸ ਤੋਂ ਬਾਅਦ ਇਸਰਾਈਲ ਨੂੰ ਉਹਨਾਂ ਨੇ ਕਿਹਾ ਕਿ ਉੱਥੇ ਫੈਕਟ ਫਾਈਂਡਿੰਗ ਔਰ ਇਨਕੁਆਇਰੀ ਦੇ ਮਿਸ਼ਨਸ ਜਿਹੜੇ ਜਾਣਗੇ ਉਹਨਾਂ ਨੂੰ ਐਕਸੈਸ ਹੋਵੇ, ਹਰ ਜਗ੍ਹਾ 'ਤੇ ਜਾਣ ਦੀ, ਉਹ ਤਹਿਕੀਕਾਤ ਕਰਨ ਦੀ, ਉਹ ਜੋ ਕਰਨਾ ਚਾਹਣ ਉਹਨਾਂ ਨੂੰ ਉੱਥੇ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਔਰ ਇਸਰਾਈਲ ਵੱਲੋਂ ਕੋਈ ਵੀ ਉਹਦੇ ਵਿੱਚ ਰੁਕਾਵਟ ਪੈਦਾ ਨਾ ਕਰੇ। ਫਿਰ ਇਹ ਕਿਹਾ ਗਿਆ ਕਿ ਰਫਾ ਬਾਰਡਰ ਜਿਹੜਾ ਉਹ ਖੋਲ੍ਹ ਦਿੱਤਾ ਜਾਵੇ ਤਾਂ ਕਿ ਇਨਸਾਨੀ ਇਮਦਾਦ ਵਾਸਤੇ ਜਿਹੜੀਆਂ ਚੀਜ਼ਾਂ ਨੇ ਉਹ ਉੱਥੇ ਜਾ ਸਕਣ ਸਹੂਲਤ ਦੇ ਨਾਲ। ਔਰ ਇਹ ਵਾਲੇ ਜਿਹੜੇ ਆਰਡਰਸ ਨੇ ਇਹਨਾਂ ਨੂੰ ਲਿਆ ਜਾ ਰਿਹਾ ਹੈ ਕਿ ਇਜ਼ਰਾਈਲ ਦੇ ਹਵਾਲੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੀ ਸੋਚ ਤਬਦੀਲ ਹੋ ਰਹੀ ਹੈ ਔਰ ਕਾਨੂੰਨੀ ਤੌਰ 'ਤੇ ਇਜ਼ਰਾਈਲ ਦੀ ਜਿਹੜੀ ਪੋਜੀਸ਼ਨ ਹੈ ਉਹਦੇ ਹਵਾਲੇ ਨਾਲ। ਔਰ ਇੰਟਰਨੈਸ਼ਨਲ ਲਾਅ ਜਿਹੜਾ ਹੈ ਹੁਣ ਉਹਨੇ ਵੀ ਇਹ ਦੱਸ ਦਿੱਤਾ ਹੈ ਕਿ ਇਜ਼ਰਾਈਲ ਦੀ ਜਿਹੜੀ ਕਾਰਵਾਈਆਂ ਨੇ ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ। ਜਿਸ ਕਾਨੂੰਨ ਦੇ ਤਹਿਤ ਉਹ ਇੱਥੇ ਕਰਨਾ ਚਾਹੁੰਦਾ ਸੀ, ਫਲਸਤੀਨੀਆਂ ਨੂੰ ਕੁਚਲਣਾ ਚਾਹੁੰਦਾ ਸੀ, ਹਮਾਸ ਨੂੰ ਕੁਚਲਣਾ ਚਾਹੁੰਦਾ ਸੀ, ਉਹ ਸਾਰੇ ਬਾਇਸਡ ਸਾਬਤ ਹੋਏ। ਫਿਰ ਇਹਦੇ ਵਿੱਚ ਜਿਹੜੇ ਨਸਲਕੁਸ਼ੀ ਦੇ ਇਲਜ਼ਾਮਾਤ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਕਿਹਾ ਹੈ ਕਿ ਜਨਾਬ ਇਹਦੀ ਵੀ ਤਹਿਕੀਕਾਤ ਹੋਣਗੀਆਂ ਅਤੇ ਇਹਨੂੰ ਇਸਰਾਈਲ ਦੇ ਹਵਾਲੇ ਨਾਲ ਤਾਂ ਕਾਫੀ ਸਖਤ ਫੈਸਲਾ ਕਰਾਰ ਦਿੱਤਾ ਜਾ ਰਿਹਾ ਹੈ। ਦੂਸਰੀ ਤਰਫ ਇਜ਼ਰਾਈਲ ਜਿਹੜਾ ਹੈ ਉਹਦਾ ਇਹ ਮੌਕਫ ਹੈ ਕਿ ਪਹਿਲੇ ਜਦੋਂ ਕੋਰਟ ਦੀ ਕਾਰਵਾਈ ਸ਼ੁਰੂ ਹੋਈ ਅਤੇ ਇਹ ਤੁਹਾਨੂੰ ਯਾਦ ਹੋਏਗਾ ਕਿ ਜਨੂਬੀ ਅਫਰੀਕਾ ਦੀ ਦਰਖਾਸਤ ਸੀ ਕਿ ਉਹਨੇ ਕਿਹਾ ਸੀ ਕਿ ਇਸਰਾਈਲ ਜਿਹੜਾ ਹੈ ਉਹ ਫਲਸਤੀਨੀ ਇਲਾਕਾ ਗਜ਼ਾ ਔਰ ਰਫਾ ਦੇ ਵਿੱਚ ਫਲਸਤੀਨੀਆਂ ਦੀ ਨਸਲਕੁਸ਼ੀ ਕਰਨ ਡਿਆ ਹੈ, ਉਹਨਾਂ ਦੀ ਨਸਲ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ, ਉਹਨੂੰ ਰੋਕਿਆ ਜਾਵੇ ਔਰ ਉੱਥੇ ਇਮਦਾਦੀ ਜਿਹੜੀ ਕਾਰਵਾਈਆਂ ਨੇ ਉਹਦੀ ਇਜਾਜ਼ਤ ਦਿਲਵਾਈ ਜਾਵੇ। ਇਹ ਜਨੂਬੀ ਅਫਰੀਕਾ ਦੀ ਕਾਰਵਾਈ ਸੀ ਅਤੇ ਉਹਦੇ ਉੱਤੇ ਜਿਹੜਾ ਇਸਰਾਈਲੀ ਅਟਾਰਨੀ ਸੀ ਉਹਨੇ ਅੱਜ ਆਲਮੀ ਅਦਾਲਤ ਨੂੰ ਕਿਹਾ ਕਿ ਜਨੂਬੀ ਅਫਰੀਕਾ ਦੇ ਕੁਝ ਆਪਣੇ ਮਕਾਸਦ ਨੇ, ਅਜ਼ਾਇਮ ਨੇ ਔਰ ਉਹਦੀ ਵਜ੍ਹਾ ਨਾਲ ਉਹ ਇਸਰਾਈਲ ਦੇ ਖਿਲਾਫ ਹੀ ਐਪਲੀਕੇਸ਼ਨ ਦੇ ਰਿਹਾ। ਇੱਥੇ ਸਵਾਲ ਉਦੋਂ ਵੀ ਉੱਠਿਆ ਸੀ ਕਿ ਪੂਰੀ ਦੁਨੀਆ ਦੇ ਵਿੱਚ 57 ਦੇ ਕਰੀਬ ਮੁਸਲਮਾਨ ਮੁਲਕ ਨੇ ਅਤੇ ਕੋਈ ਇੱਕ ਮੁਸਲਮਾਨ ਮੁਲਕ ਵੀ ਐਸਾ ਨਹੀਂ ਉੱਠਿਆ ਕਿ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਐਪਲੀਕੇਸ਼ਨ ਲੈ ਕੇ ਜਾਂਦਾ ਇਜ਼ਰਾਈਲ ਦੇ ਖਿਲਾਫ। ਅਤੇ ਇਹ ਵਾਲਾ ਜਿਹੜਾ ਐਜ਼ਾਜ਼ ਹੈਗਾ ਇਹ ਵੀ ਜਨੂਬੀ ਅਫਰੀਕਾ ਦੇ ਸਿਰ ਗਿਆ ਕਿ ਜਨੂਬੀ ਅਫਰੀਕਾ ਉੱਥੇ ਪਹੁੰਚਿਆ ਔਰ ਉਹਨੇ ਕਿਹਾ ਕਿ ਜਨਾਬ ਨਸਲਕੁਸ਼ੀ ਹੋ ਰਹੀ। ਸ਼ਾਇਦ ਇਹਦੀ ਇੱਕ ਇਹ ਵੀ ਵਜ੍ਹਾ ਹੈਗੀ ਉਹ ਅਹਿਸਾਸ ਕਿਉਂ ਨੇ ਕਿ ਜਨੂਬੀ ਅਫਰੀਕਾ ਨੇ ਜਿਹੜੀ ਕਾਲਿਆਂ ਅਤੇ ਗੋਰਿਆਂ ਦੇ ਦਰਮਿਆਨ ਇੱਕ ਨਸਲੀ ਇਮਤਿਆਜ਼ ਦੀ ਉੱਥੇ ਰਹੀ ਹੈ ਤਾਰੀਖ, ਉਹਦੇ ਹਵਾਲੇ ਨਾਲ ਜਨੂਬੀ ਅਫਰੀਕਾ ਖਾਸਾ ਸੈਂਸਿਟਿਵ ਹੈਗਾ। ਇਹ ਉਸੇ ਤਰ੍ਹਾਂ ਹੀ ਸੈਂਸਿਟਿਵ ਹੈ ਜਿਸ ਤਰ੍ਹਾਂ ਜਾਪਾਨ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹ ਐਟਮੀ ਹਥਿਆਰਾਂ, ਐਟਮੀ ਟੈਕਨੋਲੋਜੀ ਦੇ ਹਵਾਲੇ ਨਾਲ ਬੜਾ ਸੈਂਸਿਟਿਵ ਹੈਗਾ ਵੇ ਅਤੇ ਹਰ ਮੁਲਕ ਦੀ ਆਪਣੀ ਇੱਕ ਤਾਰੀਖ, ਉਸ ਤਾਰੀਖ ਦੇ ਹਵਾਲੇ ਨਾਲ ਉਹਦੀ ਹਿੱਸਿਆਤ ਹੁੰਦੀਆਂ ਨੇ। ਅਤੇ ਮੁਸਲਮਾਨਾਂ ਦੀ ਤਾਰੀਖ ਪਿਛਲੇ ਕਈ ਅਸ਼ਰਿਆਂ ਦੇ ਉੱਤੇ ਤਾਂ ਇਹ ਨਜ਼ਰ ਆ ਰਹੀ ਕਿ ਇਹਨਾਂ ਨੂੰ ਦਬਾਇਆ ਜਾਂਦਾ ਹੈ, ਇਹਨਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਹੈ ਔਰ ਇਹਨਾਂ ਦੇ ਜਿਹੜੇ ਇਨਸਾਨੀ ਹਕੂਕ ਨੇ ਉਹਨਾਂ ਨੂੰ ਇਨਕਾਰ ਕੀਤਾ ਜਾਂਦਾ ਉਹਨਾਂ ਦਾ। ਲੇਕਿਨ ਕੋਈ ਇੱਕ ਮੁਸਲਮਾਨ ਮੁਲਕ ਵੀ ਇਹ ਨਹੀਂ ਉੱਠ ਕੇ ਕਹਿੰਦਾ ਆਲਮੀ ਕਿਸੇ ਪਲੇਟਫਾਰਮ ਦੇ ਉੱਤੇ ਕਿ ਉਹਦੇ ਨਾਲ ਇਸ ਤਰ੍ਹਾਂ ਦੀ ਇਮਤਿਆਜ਼ੀ ਸਲੂਕ ਹੋ ਰਿਹਾ, ਇੰਟਰਨੈਸ਼ਨਲ ਲਾਅ ਦੇ ਖਿਲਾਫ ਕਾਰਵਾਈ ਹੋ ਰਹੀ। ਹੁਣ ਦੇਖੋ ਤੁਸੀਂ ਕਿ ਆਲਮੀ ਅਦਾਲਤ ਨੇ ਵਾਜ਼ਿਹ ਤੌਰ 'ਤੇ ਅਹਿਕਾਮਾਤ ਦੇ ਦਿੱਤੇ ਅਤੇ ਜਿਹੜੇ ਇੰਟਰਨੈਸ਼ਨਲ ਜੂਰਿਸਟ ਨੇ ਉਹ ਸਵਾਲ ਚੁੱਕਣ ਡਏ ਨੇ ਕਿ ਕੀ ਇਜ਼ਰਾਈਲ ਇਹ ਚੀਜ਼ਾਂ ਨੂੰ ਮੰਨ ਲੇਗਾ। ਔਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਯਾਨੀ ਆਲਮੀ ਅਦਾਲਤ ਨੇ ਜਿਹੜੇ ਫੈਸਲੇ ਦਿੱਤੇ ਨੇ ਇਜ਼ਰਾਈਲ ਦੇ ਉਹਦੇ 'ਤੇ ਅਮਲ ਦਰਾਮਦ ਕਿਸ ਤਰ੍ਹਾਂ ਕਰਵਾਏਗਾ ਉਹ। ਅਤੇ ਇਹਦੇ ਬਾਰੇ ਕਿਹਾ ਜਾ ਰਿਹਾ ਕਿ ਸਭ ਤੋਂ ਵੱਡੀ ਰੁਕਾਵਟ ਤਾਂ ਖੁਦ ਅਮਰੀਕਾ ਹੈ ਕਿ ਇਹਦੇ 'ਤੇ ਅਮਲ ਦਰਾਮਦ ਵਾਸਤੇ ਮਾਮਲਾ ਜਾਏਗਾ ਸਿਕਿਉਰਿਟੀ ਕੌਂਸਲ ਦੇ ਵਿੱਚ ਔਰ ਸਿਕਿਉਰਿਟੀ ਕੌਂਸਲ ਦੇ ਵਿੱਚ ਇੰਝ ਹੀ ਹੋਵੇਗਾ ਕਿ ਜਿਵੇਂ ਅਮਰੀਕਾ ਪਹਿਲੇ ਜੰਗਬੰਦੀ ਦੀ ਕਰਾਰਦਾਦਾਂ ਨੂੰ ਵੀਟੋ ਕਰਦਾ ਰਿਹਾ, ਇਜ਼ਰਾਈਲ ਦੇ ਖਿਲਾਫ ਬਾਕੀ ਜਿਹੜੀ ਕਰਾਰਦਾਦਾਂ ਆਉਂਦੀਆਂ ਰਹੀਆਂ ਉਹਨੂੰ ਵੀਟੋ ਕਰਦਾ ਰਿਹਾ, ਇਸੇ ਤਰ੍ਹਾਂ ਹੁਣ ਹੋਵੇਗਾ ਕਿ ਇਜ਼ਰਾਈਲ ਜਦੋਂ ਆਲਮੀ ਅਦਾਲਤ ਇਨਸਾਫ ਦੇ ਆਰਡਰ ਜਿਹੜੇ ਨੇ ਉਹਨਾਂ 'ਤੇ ਅਮਲ ਦਰਾਮਦ ਨਹੀਂ ਕਰੇਗਾ ਅਤੇ ਮਾਮਲਾ ਸਿਕਿਉਰਿਟੀ ਕੌਂਸਲ 'ਚ ਜਾਏਗਾ ਅਤੇ ਸਿਕਿਉਰਿਟੀ ਕੌਂਸਲ ਦੇ ਵਿੱਚ ਅਮਰੀਕਾ ਵੀਟੋ ਕਰ ਦੇਗਾ। ਇੱਕ ਹੋਰ ਗੱਲ ਇਹ ਕੀਤੀ ਜਾਂਦੀ ਕਿ ਆਲਮੀ ਅਦਾਲਤ ਇਨਸਾਫ ਦੇ ਤਕਰੀਬਨ 45% ਐਸੇ ਫੈਸਲੇ ਪਏ ਨੇ ਜਿਨ੍ਹਾਂ ਦੇ ਉੱਤੇ ਅਮਲ ਦਰਾਮਦ ਨਹੀਂ ਹੋਇਆ। ਬਹੁਤ ਸੇ ਮੁਲਕ ਜਿਹੜੇ ਨੇ ਜੰਗਾਂ ਹੁੰਦੀਆਂ ਨੇ ਉਹਨਾਂ ਦੀਆਂ ਤਨਾਜ਼ਾਤ ਹੁੰਦੇ ਨੇ ਔਰ ਆਲਮੀ ਅਦਾਲਤ ਇਨਸਾਫ ਉਸ ਹਵਾਲੇ ਨਾਲ ਆਪਣੇ ਆਰਡਰ ਦਿੰਦਾ ਲੇਕਿਨ ਉਹਦੇ 'ਤੇ ਅਮਲ ਦਰਾਮਦ ਨਹੀਂ ਹੁੰਦਾ। ਇਹ ਉਹਨਾਂ ਸ਼ਕਲਾਂ ਦੇ ਵਿੱਚ ਤਾਂ ਅਸੀਂ ਸ਼ਾਇਦ ਇਹਨੂੰ ਕਬੂਲ ਕਰ ਲਈਏ ਕਿ ਜਿੱਥੇ
ਆਲਮੀ ਬਰਾਦਰੀ ਦੇ ਇੰਟਰਸਟ ਘੱਟ ਹੁੰਦੇ ਨੇ। ਲੇਕਿਨ ਜਿਹੜਾ ਫਲਸਤੀਨ ਤੇ ਇਜ਼ਰਾਈਲ ਦਾ ਤਨਾਜ਼ਾ ਆਇਆ ਹੁਣ ਸਾਹਮਣੇ, ਇਹਦੇ ਵਿੱਚ ਦੁਨੀਆ ਬੜੀ ਵੰਡ ਕੇ ਸਾਡੇ ਸਾਹਮਣੇ ਆਈ। ਮਸਲਨ 193 ਦੇ ਕਰੀਬ ਮੈਂਬਰ ਮੁਲਕ ਨੇ ਅਕਵਾਮ ਮੁਤੱਹਦਾ ਦੇ, ਜਿਨ੍ਹਾਂ ਵਿੱਚੋਂ 146 ਮੁਲਕ ਜਿਹੜੇ ਨੇ ਉਹ ਫਲਸਤੀਨ ਨੂੰ ਅਲੱਗ ਆਜ਼ਾਦ ਖੁਦ ਮੁਖਤਾਰ ਰਿਆਸਤ ਮੰਨ ਚੁੱਕੇ ਨੇ। 3-4 ਦਿਨ ਪਹਿਲੇ ਜਿਹੜਾ ਸਪੇਨ ਤੇ ਨਾਰਵੇ ਨੇ ਵੀ ਮੰਨਿਆ, ਉਸ ਤੋਂ ਪਹਿਲੇ ਆਇਰਲੈਂਡ ਨੇ ਮੰਨਿਆ, ਤੇ ਇਹ ਮੁਲਕ 146 ਮੁਲਕ ਜਿਹੜੇ ਨੇ ਉਹ ਉਹਨੂੰ ਆਜ਼ਾਦ ਮੁਲਕ ਇੱਕ ਮੰਨਣ ਡਏ ਨੇ। ਲੇਕਿਨ ਉਹ ਉਨੀ ਦੇਰ ਤੱਕ ਉਹਨੂੰ ਸਟੇਟਸ ਨਹੀਂ ਅਕਵਾਮ ਮੁਤੱਹਦਾ ਦੇਵੇਗੀ ਜਿੰਨੀ ਦੇਰ ਤੱਕ ਸਿਕਿਉਰਿਟੀ ਕੌਂਸਲ ਨਹੀਂ ਕਹੇਗੀ, ਜਿੱਥੇ 5 ਮੁਸਤਕਿਲ ਵੋਟਾਂ ਵਾਲੇ ਮੁਲਕ ਬੈਠੇ ਨੇ, ਜਿਨ੍ਹਾਂ 'ਚ ਅਮਰੀਕਾ, ਰੂਸ, ਚੀਨ, ਫਰਾਂਸ, ਬਰਤਾਨੀਆ ਇਹ ਸ਼ਾਮਲ ਨੇ। ਤੇ ਇਹਨਾਂ ਵਿੱਚੋਂ ਬਾਕੀ ਮੁਲਕ ਤਾਂ ਮੰਨ ਜਾਣਗੇ ਕਿਸੇ ਨਾ ਕਿਸੇ ਸੱਤਾ ਦੇ ਉੱਤੇ, ਲੇਕਿਨ ਸਾਨੂੰ ਇਹ ਲੱਗਦਾ ਹੈ ਕਿ ਅਮਰੀਕਾ ਜਿਹੜਾ ਹੈ ਉਹ ਫਿਰ ਵੀਟੋ ਕਰ ਦੇਗਾ। ਤੇ ਇਹਦੇ ਨਾਲ ਇੱਕ ਖਦਸ਼ਾ ਇਹ ਪੈਦਾ ਹੋ ਰਿਹਾ ਕਿ ਇੰਟਰਨੈਸ਼ਨਲ ਜਿਹੜਾ ਲਾਅ ਹੈ ਉਹਦੇ ਉੱਤੇ ਵੀ ਇੱਕ ਸਵਾਲ ਉੱਠੇਗਾ ਕਿ ਦੂਸਰੀ ਜੰਗੀ ਅਜ਼ੀਮ ਤੋਂ ਬਾਅਦ ਜਿਹੜੀ ਪੂਰੇ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਲਾਅ ਬਣੇ, ਪ੍ਰੈਕਟਿਸ ਹੋਏ, ਪ੍ਰੋਟੋਕੋਲਸ ਬਣੇ, ਔਰ ਉਹਦੇ ਉੱਤੇ ਪੂਰੀ ਦੁਨੀਆ ਜਿਹੜੀ ਡਿਪੈਂਡ ਕਰਦੀ ਉਹਨਾਂ ਜ਼ਾਬਤਿਆਂ ਦੇ ਉੱਤੇ, ਤੇ ਕੀ ਉਹ ਜ਼ਾਬਤੇ ਸਿਰਫ ਤਾਕਤਵਰ ਮੁਲਕਾਂ ਦੇ ਮਫਾਦਾਤ ਵਾਸਤੇ ਨੇ? ਹਾਲੇ ਤੱਕ ਸ਼ਿਕਾਇਤ ਇਹੋ ਹੀ ਸਨ ਮਾੜੇ ਮੁਲਕਾਂ ਦੀਆਂ ਕਿ ਜਨਾਬ ਉਹਨਾਂ ਦੇ ਹਕੂਕ ਦਾ ਜਿਹੜਾ ਹੈ ਇਸਤਹਿਸਾਲ ਹੁੰਦਾ ਵੇ, ਔਰ ਇਸਤਹਿਸਾਲ ਕੌਣ ਕਰਦਾ? ਤਗੜੇ ਮੁਲਕ ਕਰਦੇ ਨੇ ਜਿਨ੍ਹਾਂ ਕੋਲ ਤਾਕਤ ਹੈ। ਤੇ ਇਸ ਮਾਮਲੇ ਦੇ ਵਿੱਚ ਵੀ ਅਗਰ ਇੰਜ ਹੋਇਆ ਕਿ ਉੱਥੇ ਏਡੀ ਵੱਡੀ ਤਾਦਾਦ ਦੇ ਵਿੱਚ ਲੋਕ ਸ਼ਹੀਦ ਹੋਏ ਨੇ, ਮਤਲਬ ਜਿਹੜੇ ਫਿਗਰ ਸਾਹਮਣੇ ਆਏ ਨੇ ਉਹਦੇ ਮੁਤਾਬਕ ਇਹ ਵੇ ਕਿ ਹੁਣ ਤੱਕ 35,800 ਫਲਸਤੀਨੀ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ। 80,000 ਤੋਂ ਜ਼ਿਆਦਾ ਫਲਸਤੀਨੀ ਜਿਹੜੇ ਨੇ ਉਹ ਜ਼ਖਮੀ ਔਰ ਮਜਰੂਹ ਹੋਏ ਨੇ। ਇਸੇ ਤਰ੍ਹਾਂ ਲੱਖਾਂ ਦੀ ਤਾਦਾਦ ਦੇ ਵਿੱਚ ਫਲਸਤੀਨੀ ਜਿਹੜੇ ਨੇ ਉਹ ਡਿਸਪਲੇਸ ਹੋਏ ਨੇ, ਯਾਨੀ ਬੇਘਰ ਹੋਏ ਨੇ ਉਹਨਾਂ ਦੇ, ਔਰ ਅਦਵਿਆਤ ਨਹੀਂ ਹੈਗੀਆਂ, ਉੱਥੇ ਪਾਣੀ ਨਹੀਂ ਹੈਗਾ, ਸ਼ੈਲਟਰ ਨਹੀਂ ਹੈਗਾ, ਤੇ ਖੁਰਾਕ ਨਹੀਂ ਹੈਗੀ, ਔਰ ਫਾਕਿਆਂ ਦੇ ਹੱਥੋਂ ਬਹੁਤ ਸਾਰੇ ਲੋਕ ਮਰਨ ਡਏ ਨੇ। ਇਹ ਸਾਰੀ ਸੂਰਤ ਹਾਲ ਕਿੰਦੀ ਪੈਦਾ ਕਰਦਾ ਹੈ? ਇਹ ਇਜ਼ਰਾਈਲ ਦੀ ਪੈਦਾ ਕਰਦਾ ਹੈ। ਔਰ ਇਜ਼ਰਾਈਲ ਉੱਥੇ ਇਨਸਾਨੀ ਇਮਦਾਦ ਜਿਹੜੀ ਉਹ ਨਹੀਂ ਪਹੁੰਚਣ ਦੇਣ ਰਿਹਾ। ਇਹਨਾਂ ਮਸਾਇਲ ਦਾ ਇਦਰਾਕ ਪੂਰੀ ਦੁਨੀਆ ਨੂੰ ਹੋ ਰਿਹਾ, ਔਰ ਉਹ ਮੁਲਕ ਜਿਹੜੇ ਪਹਿਲੇ ਇਜ਼ਰਾਈਲ ਦੇ ਨਾਲ ਖੜੇ ਸਨ ਅਕਵਾਮ ਮੁਤੱਹਦਾ ਦੇ ਵਿੱਚ ਵੀ, ਔਰ ਉਹ ਕਹਿ ਰਹੇ ਸੀ ਕਿ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੂੰ ਜਿਹੜਾ ਹੱਕੇ ਦਿਫਾ ਹੈ, ਹੁਣ ਉਹ ਵੀ ਇਸ ਨਤੀਜੇ ਤੇ ਪਹੁੰਚੇ ਨੇ ਕਿ ਇਹ ਹੱਕੇ ਦਫਾ ਦਾ ਮਾਮਲਾ ਨਹੀਂ ਹੈਗਾ, ਇਹ ਨਸਲ ਕੁਸ਼ੀ ਦਾ ਮਾਮਲਾ ਹੈ। ਔਰ ਇਹੀ ਵਜ੍ਹਾ ਹੈ ਕਿ ਇਜ਼ਰਾਈਲ ਦੇ ਵਕੀਲ ਨੇ ਅੱਜ ਜਿਵੇਂ ਜਨੂਬੀ ਅਫਰੀਕਾ ਦੇ ਖਿਲਾਫ ਲਬੋ ਲਹਿਜਾ ਇਖਤਿਆਰ ਕੀਤਾ, 2 ਦਿਨ ਪਹਿਲੇ ਇਜ਼ਰਾਈਲ ਦੇ ਵਜ਼ੀਰ ਖਾਰਜਾ ਤੇ ਬਾਕੀ ਹੁਕਾਮ ਜਿਹੜੇ ਸਨ ਉਹ ਸਪੇਨ ਨੂੰ ਧਮਕੀਆਂ ਦੇ ਰਹੇ ਸਨ, ਨਾਰਵੇ ਨੂੰ ਧਮਕੀਆਂ ਦੇ ਰਹੇ ਸਨ, ਤੇ ਇਹ ਗੱਲ ਖਿਲਰਨ ਡਈ ਹੈ ਦੁਨੀਆ ਦੇ ਵਿੱਚ। ਬਹਰਹਾਲ ਕਮਜ਼ੋਰ ਜ਼ਰੂਰ ਹੋ ਰਹੀ ਆਲਮੀ ਬਰਾਦਰੀ, ਲੇਕਿਨ ਕਿਤੇ ਨਾ ਕਿਤੇ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਕਿ ਅਮਰੀਕਾ ਔਰ ਇਜ਼ਰਾਈਲ ਜਿਹੜੇ ਨੇ ਇਹ ਦੁਨੀਆ ਦੇ ਵਿੱਚ ਜ਼ੁਲਮ ਨੂੰ ਰਿਵਾਜ ਦੇ ਰਹੇ ਨੇ। ਤੇ ਇਹਨਾਂ ਚੀਜ਼ਾਂ ਦੇ ਨਾਲ ਅੱਜ ਜਿਹੜਾ ਇਮਤਿਹਾਨ ਹੋਇਆ ਵੇ ਸ਼ੁਰੂ, ਉਹ ਆਲਮੀ ਅਦਾਲਤ ਇਨਸਾਫ ਦਾ। ਆਲਮੀ ਅਦਾਲਤ ਇਨਸਾਫ ਜੇ ਆਪਣੇ ਇਸ ਫੈਸਲੇ ਦੇ ਉੱਤੇ ਅਮਲ ਦਰਾਮਦ ਨਾ ਕਰਾ ਸਕੀ ਔਰ ਇਹਨੂੰ ਇਨਸਾਫ ਨਾ ਦਵਾ ਸਕੀ ਫਲਸਤੀਨੀਆਂ ਨੂੰ, ਤੇ ਫਿਰ ਇੰਟਰਨੈਸ਼ਨਲ ਲਾਅ ਜਿਹੜਾ ਹੈ ਉਹ ਵੀ ਉਹਦੇ ਉੱਤੇ ਸਵਾਲ ਉੱਠੇਗਾ, ਤੇ ਉਹਨਾਂ ਜੱਜਿਸ ਦੇ ਉੱਤੇ ਵੀ ਉੱਠੇਗਾ ਜਿਨ੍ਹਾਂ ਨੇ ਅਕਸਰੀਅਤ ਦੇ ਨਾਲ 15 ਜੱਜ ਹੁੰਦੇ ਨੇ ਆਲਮੀ ਅਦਾਲਤ ਇਨਸਾਫ ਦੇ, ਜਿਹਦੇ 'ਚ 13 ਨੇ ਇਹ ਫੈਸਲਾ ਦਿੱਤਾ ਹੈ ਇਜ਼ਰਾਈਲ ਦੇ ਖਿਲਾਫ, ਔਰ ਇਜ਼ਰਾਈਲ ਨੂੰ ਕਿਹਾ ਹੈ ਕਿ ਇਸ ਫੈਸਲੇ ਦੇ ਉੱਤੇ ਅਮਲ ਦਰਾਮਦ ਕਰ। ਤੇ ਹੁਣ ਦੇਖੋ ਕਿ ਦੁਨੀਆ ਬਦਲਦੀ ਹੈ, ਇੰਟਰਨੈਸ਼ਨਲ ਲਾਅ ਬਦਲਦਾ ਹੈ, ਜਾਂ ਫਿਰ ਅਮਰੀਕਾ ਤੇ ਇਜ਼ਰਾਈਲ ਬਦਲਦੇ ਨੇ। ਤੇ ਜਿਉਂਦੇ ਰਹੋ, ਵਸਦੇ ਰਹੋ। ਅਗਲੇ ਵਲੌਗ ਦੇ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ।